बिस्मिल्लाहिर्रहमानिर्रहीम। अस्सलामुअलैकुम लर्नर्स। मेरा नाम मुहम्मद हमज़ा इकबाल है तो मैं ਤੁਹਾਨੂੰ LRN ਦੇ ਪਲੇਟਫਾਰਮ ਤੋਂ ਪੰਜਾਬੀ ਪੜ੍ਹਾਵਾਂਗਾ। ਅੱਜ ਦਾ ਲੈਕਚਰ ਪੰਜਾਬੀ ਦੇ ਨਿਸਾਬ ਦਾ ਇੰਟਰੋਡਕਟਰੀ ਲੈਕਚਰ ਹੈ ਤੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਵੇਖਾਂਗੇ ਕਿ ਤੇ ਪਰਚੇ ਦੀ ਵੰਡ ਇੱਕ ਐਗਜ਼ਾਮੀਨਰ ਕਿਸ ਤਰੀਕੇ ਨਾਲ ਕਰਦਾ ਹੈ। ਸਭ ਤੋਂ ਪਹਿਲੇ ਇਸ ਪਰਚੇ ਦੇ ਦੋ ਹਿੱਸੇ ਹੁੰਦੇ ਨੇ, ਇੱਕ ਮਰੂਜ਼ੀ ਸਵਾਲਾਤ ਦਾ ਹਿੱਸਾ ਹੁੰਦਾ ਹੈ ਤੇ ਇੱਕ ਤਫਸੀਲੀ ਸਵਾਲਾਤ ਦਾ ਹਿੱਸਾ ਹੁੰਦਾ ਹੈ। ਮਾਰੂਜ਼ੀ ਸਵਾਲਾਤ ਜਿਵੇਂ ਨਾਂ ਤੋਂ ਹੀ ਵਾਜ਼ਿਹ ਵੇ ਕਿ ਇਹਦੇ 'ਚ MCQs ਕੁਐਸਚਨਸ ਆਉਣਗੇ ਅਤੇ ਇਹਦੀ ਤਿਆਰੀ ਦਾ ਸਭ ਤੋਂ ਬਿਹਤਰੀਨ ਤਰੀਕਾ ਇਹ ਵੇ ਕਿ ਜਦੋਂ ਤੁਸੀਂ ਤਫਸੀਲੀ ਸਵਾਲਾਤ ਦੀ ਤਿਆਰੀ ਕਰ ਰਹੇ ਹੁੰਦੇ ਹੋ ਉਹਦੇ ਨਾਲ ਨਾਲ ਹੀ ਤੁਸੀਂ ਮਾਰੂਜ਼ੀ ਸਵਾਲਾਤ ਦੀ ਤਿਆਰੀ ਵੀ ਕਰ ਰਹੇ ਹੁੰਦੇ ਹੋ। ਇਹ ਤੁਹਾਡੇ ਅਨਕੌਨਸ਼ੀਅਸਲੀ ਤੁਸੀਂ ਇਹਦੀ ਤਿਆਰੀ ਕਰ ਰਹੇ ਹੁੰਦੇ ਹੋ, ਤੁਹਾਨੂੰ ਇਹਦਾ ਆਈਡੀਆ ਨਹੀਂ ਹੁੰਦਾ ਕਿ ਤੁਸੀਂ ਇਹਦੀ ਕਿਸ ਤਰੀਕੇ ਨਾਲ ਤਿਆਰੀ ਕਰ ਰਹੇ ਹੋ। ਜਿਵੇਂ ਤੁਸੀਂ ਇਹਦੀ ਕਲਾਸਕੀ ਸ਼ਾਇਰੀ ਦੀ ਤਿਆਰੀ ਕਰ ਰਹੇ ਹੋ, ਉਹਦੇ ਸ਼ੇਰ ਪੜ੍ਹ ਰਹੇ ਹੋ ਜਾਂ ਸ਼ਾਇਰਾਂ ਦੀ ਹਯਾਤੀ ਬਾਰੇ ਪੜ੍ਹ ਰਹੇ ਹੋ ਜਾਂ ਨਾਵਲ ਨਿਗਾਰ ਦੀ ਹਯਾਤੀ ਬਾਰੇ ਪੜ੍ਹ ਰਹੇ ਹੋ, ਉਹਦੇ ਨਾਲ ਨਾਲ ਤੁਹਾਡੀ ਮਾਰੂਜ਼ੀ ਸਵਾਲਾਤ ਦੀ ਤਿਆਰੀ ਹੋ ਰਹੀ ਹੁੰਦੀ ਹੈ। ਮਾਰੂਜ਼ੀ ਸਵਾਲਾਤ 'ਚ ਬਹੁਤੇ ਨੰਬਰ ਲੈਣਾ ਇਸ ਪਾਰੋਂ ਜ਼ਰੂਰੀ ਹੈ ਕਿਉਂਕਿ ਇਹ 20 ਨੰਬਰ ਦੇ ਸਵਾਲ ਹੁੰਦੇ ਨੇ ਅਤੇ ਇਹਦੇ 'ਚ ਜੇ ਤੁਹਾਡੇ ਤਕਰੀਬਨ 15 ਤੋਂ 18 ਨੰਬਰ ਆ ਜਾਣ ਤਾਂ ਉਹ ਬਹੁਤ ਤੁਹਾਡੇ ਪੇਪਰ 'ਤੇ ਇੱਕ ਗੂੜਾ ਅਸਰ ਪਾ ਸਕਦੇ ਨੇ। ਮਾਰੂਜ਼ੀ ਸਵਾਲਾਤ ਤੋਂ ਬਾਅਦ ਦੂਸਰਾ ਜਿਹੜਾ ਪਰਚੇ ਦਾ ਹਿੱਸਾ ਹੁੰਦਾ ਹੈ ਉਹ ਹੁੰਦਾ ਹੈ ਤਫਸੀਲੀ ਸਵਾਲਾਤ। ਤਫਸੀਲੀ ਸਵਾਲਾਤ ਦੇ ਚੰਦ ਹਿੱਸੇ ਨੇ ਜਿਹੜੇ ਐਗਜ਼ਾਮੀਨਰ ਨੇ ਨਿਸਾਬ ਦੇ ਵਿੱਚ ਸਾਨੂੰ ਦਿੱਤੇ ਹੋਏ ਨੇ ਅਤੇ ਉਹ ਨਿਸਾਬ FPSC ਤੋਂ ਅਪਰੂਵਡ ਹੈ। ਉਹਦੇ 'ਚ ਸਭ ਤੋਂ ਪਹਿਲੇ ਆਉਂਦਾ ਹੈ ਪੰਜਾਬੀ ਜ਼ੁਬਾਨ ਦੀ ਤਾਰੀਖ। ਪੰਜਾਬੀ ਜ਼ੁਬਾਨ ਦੀ ਤਾਰੀਖ ਦੇ ਹੈਡ ਅੰਦਰ ਅਸੀਂ ਤਿੰਨ ਜਿਹੜੀਆਂ ਚੀਜ਼ਾਂ ਨੇ ਉਹਦੀ ਤਿਆਰੀ ਕਰਾਂਗੇ। ਸਭ ਤੋਂ ਪਹਿਲੇ ਆਉਂਦੀ ਪੰਜਾਬੀ ਜ਼ੁਬਾਨ ਦਾ ਪਿਛੋਕੜ। ਪਿਛੋਕੜ ਤੋਂ ਜਿਵੇਂ ਵਾਜ਼ਿਹ ਹੁੰਦਾ ਹੈ ਕਿ ਪੰਜਾਬੀ ਜ਼ੁਬਾਨ ਦੀ ਤਾਰੀਖ ਬਾਰੇ ਅਸੀਂ ਪੜ੍ਹਾਂਗੇ ਕਿ ਇਹ ਜ਼ੁਬਾਨ ਦਾ ਮੁੱਢ ਕਿਵੇਂ ਹੋਇਆ, ਇਹ ਜ਼ੁਬਾਨ ਸ਼ੁਰੂ ਕਿਸ ਤਰੀਕੇ ਨਾਲ ਹੋਈ, ਇਹਦੇ ਸ਼ੁਰੂ ਕਰਨ ਵਾਲੇ ਕੌਣ ਸਨ ਅਤੇ ਇਹ ਕਿਸ ਤਰੀਕੇ ਨਾਲ ਮੰਜ਼ਰ ਆਮ ਦੇ ਉੱਤੇ ਆਈ। ਦੂਸਰਾ ਜਿਹੜਾ ਉਹਦਾ ਹਿੱਸਾ ਹੈ ਉਹ ਪੰਜਾਬੀ ਲਸਾਨੀਆਤ ਦੇ ਨਾਂ ਤੋਂ ਮਸ਼ਹੂਰ ਹੈ, ਜਿਹੜਾ ਡਾਕਟਰ ਸ਼ਹਬਾਜ਼ ਮਲਿਕ ਨੇ ਮੁਰਤਬ ਕੀਤਾ ਹੈ। ਉਹਦੇ 'ਚ ਅਸੀਂ ਇਸ ਚੀਜ਼ ਦਾ ਵੇਰਵਾ ਕਰਾਂਗੇ ਕਿ ਪੰਜਾਬੀ ਜ਼ੁਬਾਨ ਦੇ ਕਿੰਨੇ ਲਹਿਜੇ ਨੇ, ਇਹ ਜ਼ੁਬਾਨ ਕਿਸ ਤਰੀਕੇ ਨਾਲ ਵਜੂਦ 'ਚ ਆਈ, ਇਹਦਾ ਲਿਟਰੇਚਰ 'ਚ ਜਿਹੜੇ ਲਹਿਜੇ ਇਸਤੇਮਾਲ ਹੁੰਦੇ ਨੇ ਉਹ ਕਿਸ ਤਰੀਕੇ ਦੇ ਨੇ, ਜਿਹੜੇ ਬੋਲਣ 'ਚ ਇਸਤੇਮਾਲ ਹੁੰਦੇ ਨੇ ਉਹ ਕਿਸ ਤਰੀਕੇ ਦੇ ਨੇ, ਪੜ੍ਹਨ 'ਚ ਇਸਤੇਮਾਲ ਹੁੰਦੇ ਨੇ ਉਹ ਕਿਸ ਤਰੀਕੇ ਦੇ ਨੇ, ਨਜ਼ਮ ਗਜ਼ਲ ਵਗੈਰਾ ਸਾਰੀ ਨਾਵਲ ਇਨਸ਼ਾਈਆ ਉਹ ਸਭ ਇਹਦੇ ਵਿੱਚ ਡਿਟੇਲ ਨਾਲ ਅਸੀਂ ਪੜ੍ਹਾਂਗੇ। ਉਸ ਤੋਂ ਬਾਅਦ ਪੰਜਾਬੀ ਅਦਬ ਦੀ ਕਹਾਣੀ ਜਿਹੜੀ ਕਿ ਅਬਦੁਲ ਗਫੂਰ ਕੁਰੈਸ਼ੀ ਸਾਹਿਬ ਨੇ ਮੁਰਤਬ ਕੀਤੀ ਹੈ। ਤੀਸਰਾ ਹਿੱਸਾ ਪੰਜਾਬੀ ਜ਼ੁਬਾਨ ਦੇ ਪਿਛੋਕੜ 'ਚ ਉਹਨਾਂ ਦਾ ਹੈ ਅਤੇ ਇਹਦੇ 'ਚ ਉਹ ਸਾਰੀਆਂ ਚੀਜ਼ਾਂ ਜਿਹੜੀ ਅਦਬ ਲਿਟਰੇਚਰ ਦੇ ਵਿੱਚ ਆਉਂਦੀਆਂ ਨੇ ਜਿਸ ਤਰ੍ਹਾਂ ਕਿ ਗਜ਼ਲ ਹੈ, ਨਜ਼ਮ ਹੈ, ਸ਼ਾਇਰੀ ਦੇ ਅੰਦਰ ਇਹ ਆਉਂਦੀਆਂ ਨੇ ਅਤੇ ਜੇ ਅਸੀਂ ਨਸਰ ਦੇ ਵਿੱਚ ਆਈਏ ਤਾਂ ਉਹਦੇ 'ਚ ਨਾਵਲ ਇਨਸ਼ਾਈਆ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਉਹਦੇ ਬਾਰੇ ਅਸੀਂ ਪੜ੍ਹਾਂਗੇ। ਇਹਦੇ 'ਚ ਪੰਜਾਬੀ ਜ਼ੁਬਾਨ ਦੇ ਪਿਛੋਕੜ ਦਾ ਜਿਹੜਾ ਹਿੱਸਾ ਹੈ ਉਹਦੇ 'ਚੋਂ ਮੇਜਰ ਸਵਾਲ ਪਰਚੇ ਦੇ ਵਿੱਚ ਆਉਂਦੇ ਨੇ, ਲੇਕਿਨ ਇਹਦੀ ਤਿਆਰੀ ਨਾਲੋਂ ਬਹੁਤਾ ਜ਼ਰੂਰੀ ਇਹ ਵੇ ਕਿ ਜੇ ਤੁਸੀਂ ਸ਼ਾਇਰਾਂ ਦੀ ਤਿਆਰੀ ਅੱਛੇ ਤਰੀਕੇ ਨਾਲ ਕਰ ਲਓ ਉਹ ਹਰ ਜਗ੍ਹਾ 'ਤੇ ਇਸਤੇਮਾਲ ਹੋ ਸਕਦੇ ਨੇ। ਜਦੋਂ ਤੁਸੀਂ ਪੰਜਾਬੀ ਜ਼ੁਬਾਨ ਦੇ ਪਿਛੋਕੜ ਦੇ ਸਵਾਲਾਂ ਦੀ ਤਿਆਰੀ ਕਰ ਰਹੇ ਹੋਵੋਗੇ ਤੁਹਾਨੂੰ ਤੁਹਾਡੇ ਕਲਾਸਕੀ ਸ਼ਾਇਰਾਂ ਦੀ ਅਤੇ ਜਦੀਦ ਸ਼ਾਇਰਾਂ ਦੀ ਸ਼ਾਇਰੀ ਉਹਦੇ ਵਿੱਚ ਬਹੁਤ ਕੰਮ ਆ ਸਕਦੀ ਹੈ ਅਤੇ ਅਸੀਂ ਇਹਨੂੰ ਪੰਜਾਬੀ ਜ਼ੁਬਾਨ ਦੇ ਪਿਛੋਕੜ ਨੂੰ ਜ਼ਰੂਰ ਪੜ੍ਹਾਂਗੇ। ਲੇਕਿਨ ਸਾਡਾ ਜਿਹੜਾ ਅਗਲਾ ਲੈਕਚਰ ਹੋਏਗਾ, ਜਿਹੜੀ ਅਸੀਂ ਸੀਰੀਜ਼ ਬਿਲਕੁਲ ਸਟਾਰਟ ਕਰ ਰਹੇ ਹਾਂ, ਉਹਦੇ 'ਚੋਂ ਜਿਹੜਾ ਪਹਿਲਾ ਲੈਕਚਰ ਹੋਏਗਾ ਉਹ ਕਲਾਸਕੀ ਸ਼ਾਇਰੀ ਦੇ ਉੱਤੇ ਹੋਏਗਾ ਕਿਉਂਕਿ ਪੰਜਾਬੀ ਦੇ ਪਰਚੇ ਵਿੱਚ ਸ਼ੇਰ ਬਹੁਤ ਜ਼ਰੂਰੀ ਹੋਣੇ। ਇੱਥੇ ਤੁਹਾਨੂੰ ਕੁਝ ਸ਼ੇਰਾਂ ਨੂੰ ਸਮਝ ਕੇ ਯਾਦ ਕਰਨਾ ਪਏਗਾ, ਕੁਝ ਸ਼ੇਰਾਂ ਨੂੰ ਰੱਟਾ ਵੀ ਲਾਉਣਾ ਪਏਗਾ, ਲੇਕਿਨ ਸ਼ੇਰ ਜਿਵੇਂ ਕਹਿੰਦੇ ਨੇ ਨਾ ਕਿ ਬੈਕਬੋਨ ਨੇ ਤੁਹਾਡੀ ਇਸ ਪਰਚੇ ਦੀ, ਉਹ ਬਹੁਤ ਜ਼ਰੂਰੀ ਨੇ। ਕਲਾਸਕੀ ਸ਼ਾਇਰੀ ਵਿੱਚ ਅਸੀਂ ਬਾਬਾ ਫਰੀਦ ਗੰਜੇ ਸ਼ਕਰ ਦੇ ਸ਼ਲੋਕ ਫਰੀਦੀ ਪੜ੍ਹਾਂਗੇ। ਸ਼ਲੋਕ 2 ਜਾਂ 2 ਤੋਂ ਜ਼ਿਆਦਾ ਮਿਸਰਿਆਂ ਦੀ ਇੱਕ ਨਜ਼ਮ ਦੀ ਸ਼ਕਲ ਹੁੰਦੀ ਹੈ ਜਿਹੜੇ ਬਾਬਾ ਫਰੀਦ ਨੇ ਮੁਰਤਬ ਕੀਤੇ ਨੇ। ਇਹਦੇ ਵਿੱਚ ਬਾਬਾ ਫਰੀਦ ਦੀ ਸ਼ਾਇਰੀ ਦੇ ਬਹੁਤ ਸੇ ਮੌਜ਼ੂਆਤ ਨੇ, ਜਿਵੇਂ ਤੁਸੀਂ ਬਿਹਤਰੀਨ ਤਰੀਕੇ ਨਾਲ ਵੇਖ ਸਕਦੇ ਹੋ ਕਿ ਉਹਨਾਂ ਨੇ ਸਾਦਗੀ ਉੱਤੇ ਬਹੁਤ ਆਪਣੇ ਸ਼ਲੋਕ ਦੇ ਵਿੱਚ ਬਾਰੇ ਲਿਖਿਆ। ਫਿਰ ਉਹਨਾਂ ਦਾ ਜ਼ੋਰ ਆਜਜ਼ੀ ਅਤੇ ਇਨਕਿਸਾਰੀ ਉੱਤੇ ਬਹੁਤ ਸੀ। ਆਜਜ਼ੀ ਅਤੇ ਇਨਕਿਸਾਰੀ ਉੱਤੇ ਉਹ ਆਖਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇੜ ਨਾ ਕੋਈ, ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇੜ ਨਾ ਕੋਈ, ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਅਤੇ ਸਾਦਗੀ ਬਾਰੇ ਵੀ ਬਾਬਾ ਫਰੀਦ ਗੰਜੇ ਸ਼ਕਰ ਨੇ ਬੜੇ ਵਾਜ਼ੇ ਆਪਣੇ ਅਲਫਾਜ਼ ਜਿਹੜੇ ਪੰਜਾਬੀ ਸ਼ੇਰ ਦੇ ਵਿੱਚ ਉਹਨਾਂ ਨੇ ਆਖੇ ਨੇ। ਉਹ ਆਖਦੇ ਨੇ ਫਰੀਦਾ
ਜੇ ਤੇ ਮਾਰਨ ਮੁਕੀਆਂ ਤੇ ਨਾ ਮਾਰੀ ਘੁੰਮ, ਜੇ ਤੇ ਮਾਰਨ ਮੁਕੀਆਂ ਤੇ ਨਾ ਮਾਰੀ ਘੁੰਮ, ਆਪਣੇ ਘਰ ਜਾਈਏ ਪੈਰਾਂ ਤਿਨਾਂ ਦੇ ਚੁੰਮ। ਤੇ ਬਾਬਾ ਫਰੀਦ ਗੰਜ ਸ਼ਕਰ ਦੀ ਸ਼ਾਇਰੀ 'ਚੋਂ ਸਾਨੂੰ ਸਾਦਗੀ, ਆਜਜ਼ੀ ਤੇ ਇਨਕਿਸਾਰੀ, ਕਨਾਤ ਪਸੰਦੀ ਦਾ ਸਬਕ ਮਿਲਦਾ। ਜਿਵੇਂ ਬਾਬਾ ਫਰੀਦ ਕਨਾਤ ਪਸੰਦੀ ਬਾਰੇ ਆਖਦੇ ਨੇ ਕਿ ਰੁੱਖੀ ਸੁੱਕੀ ਖਾ ਫਰੀਦਾ, ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਈ ਜੀ। ਬਾਬਾ ਫਰੀਦ ਗੰਜ ਸ਼ਕਰ ਕਲਾਸਕੀ ਸ਼ਾਇਰੀ ਦੇ ਸਾਡੇ ਨਿਸਾਬ ਵਿੱਚ ਪਹਿਲੇ ਸ਼ਾਇਰ ਨੇ, ਤੇ ਦੂਸਰੇ ਨੰਬਰ ਦੇ ਜਿਹੜੇ ਸ਼ਾਇਰ ਨੇ ਉਹ ਸਾਡੇ ਸਿਲੇਬਸ ਵਿੱਚ ਸ਼ਾਹ ਹੁਸੈਨ ਨੇ। ਸ਼ਾਹ ਹੁਸੈਨ ਨੇ ਜਿਸ ਤਰ੍ਹਾਂ ਬਾਬਾ ਫਰੀਦ ਗੰਜ ਸ਼ਕਰ ਨੇ ਸ਼ਲੋਕ ਲਿਖੇ, ਸ਼ਾਹ ਹੁਸੈਨ ਨੇ ਕਾਫੀਆਂ ਲਿਖੀਆਂ। ਤੇ ਸ਼ਾਹ ਹੁਸੈਨ ਦੀ ਕਾਫੀ ਦੇ ਵਿੱਚ ਸਾਨੂੰ ਜਿਹੜੇ ਮੇਜਰ ਮੌਜ਼ੂਆਤ ਲੱਭਦੇ ਨੇ, ਉਹਦੇ 'ਚ ਅਲਾਮਤ ਨਗਾਰੀ, ਮੌਸੀਕੀ, ਇਸ਼ਕ, ਇਸ਼ਕੇ ਹਕੀਕੀ ਹੈ। ਜਿਵੇਂ ਇਸ਼ਕੇ ਹਕੀਕੀ ਬਾਰੇ ਸ਼ਾਹ ਹੁਸੈਨ ਆਖਦੇ ਨੇ ਕਿ ਮੈਂ ਵੀ ਝੋਕ ਰਾਂਝਣ ਦੀ ਜਾਣਾ, ਨਾਲ ਮੇਰੇ ਕੋਈ ਚੱਲੇ, ਪੈਰਾਂ ਪਾਉਂਦੀ ਮਿੰਨਤਾਂ ਕਰਦੀ, ਜਾਣਾ ਤਾਂ ਪਿਆ ਇਕੱਲੇ, ਨੀਵੀਂ ਡੂੰਗੀ ਤੁੱਲਾ ਪਰਾਨਾ, ਸ਼ੀਆਂ ਤਾਂ ਪਤਨ ਮੱਲੇ, ਕਹੇ ਹੁਸੈਨ ਫਕੀਰ ਸਾਈਂ ਦਾ, ਸਾਈਂ ਸੁਨੇੜੇ ਕੱਲੇ। ਤੇ ਇਹ ਸਾਰੀ ਡਿਟੇਲ ਨਾਲ ਅਸੀਂ ਸ਼ਾਹ ਹੁਸੈਨ ਦੀ ਅਲਾਮਤ ਨਿਗਾਰੀ ਬਾਰੇ, ਉਹਨਾਂ ਦੀ ਮੌਸੀਕੀ, ਇਹ ਸਾਰੇ ਉਹਨਾਂ ਦੀ ਸ਼ਾਇਰੀ ਦੇ ਜਿੰਨੇ ਮੌਜ਼ੂਆਤ ਨੇ, ਇਹਨਾਂ ਨੂੰ ਜਦੋਂ ਸ਼ਾਹ ਹੁਸੈਨ 'ਤੇ ਅਸੀਂ ਲੈਕਚਰ ਪੜ੍ਹਾਂਗੇ ਉਹਦੇ 'ਤੇ ਮੈਂ ਤੁਹਾਨੂੰ ਸਾਰਾ ਡਿਟੇਲ ਨਾਲ ਪੜ੍ਹਾਵਾਂਗਾ। ਤੀਸਰੇ ਨੰਬਰ 'ਤੇ ਜਿਹੜੇ ਸ਼ਾਇਰ ਅਸੀਂ ਪੜ੍ਹਾਂਗੇ ਉਹ ਸੁਲਤਾਨ ਬਾਹੂ ਨੇ। ਤੇ ਸੁਲਤਾਨ ਬਾਹੂ ਨੇ ਜਿਸ ਤਰੀਕੇ ਨਾਲ ਸ਼ਾਹ ਹੁਸੈਨ ਨੇ ਕਾਫੀਆਂ ਤੇ ਬਾਬਾ ਫਰੀਦ ਗੰਜ ਸ਼ਕਰ ਨੇ ਸ਼ਲੋਕ ਲਿਖੇ, ਸ਼ਾਹ ਹੁਸੈਨ ਨੇ ਸੀ ਹਰਫੀਆਂ ਲਿਖੀਆਂ ਨੇ। ਤੇ ਸ਼ਾਹ ਹੁਸੈਨ ਦੀ ਸੀ ਹਰਫੀਆਂ ਦੇ ਜਿਹੜੇ ਮੇਜਰ ਗੂੜੇ ਮੌਜ਼ੂਆਤ ਨੇ, ਉਹਨਾਂ ਵਿੱਚੋਂ ਵਹਦਤੁਲ ਵਜੂਦ, ਇਸ਼ਕੇ ਹਕੀਕੀ, ਤੇ ਉਸ ਤੋਂ ਇਲਾਵਾ ਇਸ਼ਕ ਦਾ ਤਸੱਵੁਰ ਤੇ ਤਸੱਵੁਫ, ਇਹ 3 ਪੁਆਇੰਟਸ ਜਿਹੜੇ ਨੇ ਸਭ ਤੋਂ ਹਾਈਲਾਈਟਡ ਪੁਆਇੰਟਸ ਨੇ। ਤੇ ਇਹਨਾਂ ਬਾਰੇ ਅਸੀਂ ਜਦੋਂ ਸੁਲਤਾਨ ਬਾਹੂ ਦਾ ਲੈਕਚਰ ਪੜ੍ਹਾਂਗੇ ਤੇ ਉਹਦੇ ਵਿੱਚ ਅਸੀਂ ਡਿਟੇਲ ਨਾਲ ਡਿਸਕਸ ਕਰਾਂਗੇ ਕਿ ਇਹਨਾਂ ਦੀ ਹੂ ਦੀ ਰਦੀਫ ਦੇ ਪਿੱਛੇ ਕੀ ਕਹਾਣੀ ਹੈ, ਤੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਡਿਟੇਲ ਨਾਲ ਉੱਥੇ ਦੱਸਾਂਗਾ। ਚੌਥੇ ਨੰਬਰ 'ਤੇ ਸਾਡੇ ਜਿਹੜੇ ਸ਼ਾਇਰ ਲਿਸਟ ਵਿੱਚ ਕਲਾਸਕੀ ਸ਼ਾਇਰੀ ਦੀ ਹੈਗੇ ਨੇ ਉਹ ਬਾਬਾ ਬੁੱਲੇ ਸ਼ਾਹ ਨੇ। ਤੇ ਬਾਬਾ ਬੁੱਲੇ ਸ਼ਾਹ ਹੋਰਾਂ ਵੀ ਕਾਫੀਆਂ ਲਿਖੀਆਂ ਨੇ। ਤੇ ਅਸੀਂ ਜਦੋਂ ਬਾਬਾ ਬੁੱਲੇ ਸ਼ਾਹ ਦੇ ਉੱਤੇ ਲੈਕਚਰ ਪੜ੍ਹਾਂਗੇ ਤੇ ਇਹਦੇ 'ਚ ਮੈਂ ਤੁਹਾਨੂੰ ਡਿਫਰੈਂਸ਼ੀਏਟ ਕਰਕੇ ਦੱਸਾਂਗਾ ਕਿ ਕਿਸ ਤਰੀਕੇ ਸ਼ਾਹ ਹੁਸੈਨ ਦੀਆਂ ਕਾਫੀਆਂ ਤੇ ਬਾਬਾ ਬੁੱਲੇ ਸ਼ਾਹ ਦੀ ਕਾਫੀਆਂ ਵਿੱਚ ਫਰਕ ਹੈ। ਜਿਵੇਂ ਮੀਆਂ ਮੁਹੰਮਦ ਬਖਸ਼ ਹੋਰਾਂ ਵੀ ਬਾਬਾ ਬੁੱਲੇ ਸ਼ਾਹ ਦੀ ਕਾਫੀਆਂ ਬਾਰੇ ਦੱਸਿਆ ਹੈ ਕਿ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਟੁੱਟਦਾ ਕੁਫਰ ਅੰਦਰ ਦਾ। ਤੇ ਇਸ ਸ਼ੇਰ ਨੂੰ ਵੀ ਅਸੀਂ ਇਹਦਾ ਵੀ ਨਿਖੇੜਾ ਕਰਾਂਗੇ ਜਦੋਂ ਬਾਬਾ ਬੁੱਲੇ ਸ਼ਾਹ 'ਤੇ ਅਸੀਂ ਲੈਕਚਰ ਪੜ੍ਹਾਂਗੇ। ਤੇ ਆਖਰੀ ਪੰਜਵੇਂ ਨੰਬਰ 'ਤੇ ਜਿਹੜੇ ਸ਼ਾਇਰ ਨੇ ਉਹ ਵਾਰਿਸ ਸ਼ਾਹ ਨੇ। ਹੀਰ ਵਾਰਿਸ ਸ਼ਾਹ ਦਾ ਜਿਹੜੀ ਕਲਾਮ ਹੈ ਉਹ ਪੰਜਾਬ ਦਾ ਪੂਰਾ ਇੱਕ ਇਨਸਾਈਕਲੋਪੀਡੀਆ ਹੈ। ਤੇ ਵਾਰਿਸ ਸ਼ਾਹ ਦੀ ਜਿਹੜੀ ਸ਼ਾਇਰੀ ਹੈ ਉਹ ਬਹੁਤ ਸਾਰੇ ਸ਼ਾਇਰ ਉਹਨੂੰ ਮੰਨਦੇ ਵੀ ਨੇ ਜਿਹੜੇ ਬਾਅਦ 'ਚ ਹੋਏ। ਜਿਵੇਂ ਮੀਆਂ ਸਾਹਿਬ ਨੇ ਇਹਨਾਂ ਬਾਰੇ ਵੀ ਆਖਿਆ ਹੈ ਕਿ ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਉਹਨਾਂ ਨੂੰ। ਤੇ ਵਾਰਿਸ ਸ਼ਾਹ ਦੀ ਸ਼ਾਇਰੀ ਦੇ ਵਿੱਚ ਮੇਜਰ ਪੁਆਇੰਟਸ ਜਿਹੜੇ ਨੇ ਉਹ ਸਰਾਪਾ ਨਿਗਾਰੀ ਹੈ, ਉਹਦੇ 'ਤੇ ਸਵਾਲ ਆ ਜਾਂਦੇ ਨੇ, ਤੇ ਮੁਕਾਲਮਾ ਨਿਗਾਰੀ 'ਤੇ ਸਵਾਲ ਆ ਜਾਂਦੇ ਨੇ। ਤੇ ਹੀਰ ਵਾਰਿਸ ਸ਼ਾਹ ਕਿਸ ਤਰੀਕੇ ਨਾਲ ਪੰਜਾਬ ਦੀ ਰਹਿਤਲ ਬਹਿਤਲ ਦੀ ਅਕਾਸੀ ਕਰਦੀ ਹੈ ਤੇ ਉਹਦਾ ਇਨਸਾਈਕਲੋਪੀਡੀਆ, ਇਹਦੇ ਬਾਰੇ ਵੀ ਸਵਾਲ ਆਉਂਦੇ ਨੇ। ਇਹਦੀ ਸਾਰੀ ਡਿਟੇਲ ਫਿਰ ਅਸੀਂ ਜਦੋਂ ਹੀਰ ਵਾਰਿਸ ਸ਼ਾਹ 'ਤੇ ਲੈਕਚਰ ਲਵਾਂਗੇ ਤੇ ਉਹਦੇ 'ਤੇ ਮੈਂ ਤੁਹਾਨੂੰ ਪੜ੍ਹਾਵਾਂਗਾ। ਜਿਹੜਾ ਤੀਸਰਾ ਹਿੱਸਾ ਪੰਜਾਬੀ ਪਰਚੇ ਦਾ ਹੁੰਦਾ ਹੈ ਤੇ ਨਿਸਾਬ ਵਿੱਚ ਸਾਨੂੰ ਦਿੱਤਾ ਗਿਆ ਹੈ ਉਹ ਜਦੀਦ ਸ਼ਾਇਰ ਨੇ। ਜਿਸ ਤਰੀਕੇ ਨਾਲ ਕਲਾਸਕੀ ਸ਼ਾਇਰ 6 ਸਨ, ਐਸੇ ਤਰੀਕੇ ਹੀ ਜਦੀਦ ਸ਼ਾਇਰ ਵੀ 6 ਨੇ, ਜਿਹਦੇ ਤੋਂ 4 ਸ਼ਾਇਰ ਜਿਹੜੇ ਨੇ ਉਹ ਨਜ਼ਮ ਦੇ ਸ਼ਾਇਰ ਨੇ ਤੇ 2 ਸ਼ਾਇਰ ਗਜ਼ਲ ਦੇ ਸ਼ਾਇਰ ਨੇ। ਤੇ ਉਹਨਾਂ 6 ਮਜਮੂਆਂ 'ਚ ਸਭ ਤੋਂ ਪਹਿਲਾ ਮਜਮੂਆ ਜਿਹੜਾ ਹੈਗਾ ਉਹ ਤਰਿੰਜਨ ਹੈ, ਜਿਹੜਾ ਅਹਿਮਦ ਰਾਈ ਹੋਰਾਂ ਮਰਤਬ ਕੀਤਾ ਹੈ। ਤੇ ਅਹਿਮਦ ਰਾਈ ਹੋਰੀ ਜਿਹੜੇ ਨੇ ਉਹ ਨਵੀਂ ਨਜ਼ਮ ਦੇ ਸ਼ਾਇਰ ਨੇ। ਉਹਨਾਂ ਨੇ ਨਵੀਂ ਨਜ਼ਮ ਦੀ ਬੁਨਿਆਦ ਰੱਖੀ ਤੇ ਉਹਨੂੰ ਅੱਗੇ ਲੈ ਕੇ ਟੁਰੇ। ਤੇ ਉਹਨਾਂ ਦੀ ਤਰਿੰਜਨ ਵਿੱਚ ਜਿਹੜਾ ਵੰਡ ਤੋਂ ਪਹਿਲੇ ਦਾ ਜਿਹੜਾ ਪੰਜਾਬ ਹੈ ਉਹਦੀ ਅਕਾਸੀ ਕੀਤੀ ਗਈ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੇ ਦੁੱਖ ਦਰਦ ਤੇ ਪੀੜਾ ਨੂੰ ਬਿਆਨ ਕੀਤਾ ਹੈ। ਉਸ ਤੋਂ ਇਲਾਵਾ ਪੰਜਾਬ ਦੀ ਰਹਿਤਲ ਬਹਿਤਲ ਤੇ ਇੱਥੇ ਲੋਕਾਂ ਦੇ ਆਪਸ 'ਚ ਰਸਮੋ ਰਿਵਾਜ ਤੇ ਰੀਤਾਂ ਨੂੰ ਬਿਆਨ ਕੀਤਾ ਹੈ ਤੇ ਪਿਆਰ ਮੁਹੱਬਤ ਲੋਕਾਂ 'ਚ ਜਿਵੇਂ ਪਾਇਆ ਜਾਂਦਾ ਸੀ ਉਹਨੂੰ ਬਿਆਨ ਕੀਤਾ ਹੈ। ਉਸ ਤੋਂ ਇਲਾਵਾ ਇਹਨਾਂ ਨੇ ਔਰਤਾਂ ਦੀ ਜਿਹੜੀ ਇੱਜ਼ਤ ਹੁੰਦੀ ਸੀ ਉਸ ਦੌਰ 'ਚ ਉਹਨੂੰ ਬਿਆਨ ਕੀਤਾ ਹੈ। ਤੇ ਜਦੋਂ ਪੰਜਾਬ ਦੀ ਵੰਡ ਹੋ ਗਈ ਤੇ ਕਿਸ ਤਰੀਕੇ ਨਾਲ ਔਰਤਾਂ ਦਾ ਉਹ ਰੁਤਬਾ ਡਿੱਗਿਆ ਤੇ ਉਹਨਾਂ ਦੀ ਇੱਜ਼ਤ ਨੂੰ ਨਿਲਾਮ ਕੀਤਾ ਗਿਆ, ਉਹਦੇ ਬਾਰੇ ਉਹ ਲਿਖਦੇ ਨੇ। ਜਿਵੇਂ ਉਹਨਾਂ ਦਾ ਇੱਕ ਸ਼ੇਰ ਵੀ ਹੈ ਕਿ ਸੁਣਵੇ ਬਾਬੁਲ ਮੇਰਿਆ ਤੇਰੇ ਟੁੱਟ ਗਏ ਸਾਰੇ ਮਾਨ, ਤੇਰੀ ਪੱਗ ਪੈਰਾਂ ਵਿੱਚ ਰੁਲ ਗਈ, ਤੇਰੀ ਮਿੱਟੀ ਵਿੱਚ ਮਿਲ ਗਈ ਸ਼ਾਨ, ਤੇਰੀ ਸ਼ਰਮਾ ਵਾਲੀ ਧੀ ਨੂੰ ਅੱਜ ਸਭ ਵੇਖ ਕੇ ਸ਼ਰਮਾਨ।
ਇਸੇ ਤਰੀਕੇ ਨਾਲ ਉਹਨਾਂ ਨੇ ਜਿਹੜੇ ਬਾਕੀ ਮੌਜ਼ੂਆਤ ਨੂੰ ਵੀ ਆਪਣੀ ਤਰਿੰਜਨ ਮਜਮੂਏ ਵਿੱਚ ਬਿਆਨ ਕੀਤਾ ਹੈ। ਅਸੀਂ ਉਹਨੂੰ ਜਦੋਂ ਤਰਿੰਜਨ 'ਤੇ ਲੈਕਚਰ ਹੋਏਗਾ ਅਹਿਮਦ ਰਈ ਹੋਰਾਂ ਦਾ, ਉਹਦੇ ਵਿੱਚ ਮੈਂ ਤੁਹਾਨੂੰ ਉਹਦੀ ਸਾਰੀ ਮੌਜ਼ੂਆਤ 'ਤੇ ਪੜ੍ਹਾਵਾਂਗਾ। ਦੂਸਰੇ ਨੰਬਰ ਦੇ ਜਿਹੜੇ ਸ਼ਾਇਰ ਜਦੀਦ ਸ਼ਾਇਰੀ ਵਿੱਚ ਨੇ ਉਹ ਬਾਕੀ ਸਦੀਕੀ ਨੇ, ਅਤੇ ਉਹਨਾਂ ਦੇ ਮਜਮੂਏ ਦਾ ਨਾਂ ਕੱਚੇ ਘੜੇ ਵੇ। ਅਤੇ ਬਾਕੀ ਸਦੀਕੀ ਵੀ ਨਵੀਂ ਨਜ਼ਮ ਦੇ ਸ਼ਾਇਰ ਨੇ, ਜਿਵੇਂ ਅਹਿਮਦ ਰਾਈ ਸਨ, ਅਤੇ ਇਹਨਾਂ ਦੀ ਬਾਰੇ ਸਵਾਲ ਵੀ ਇਹਨਾਂ ਦੀ ਨਜ਼ਮ ਨਗਾਰੀ ਉੱਤੇ ਆਉਂਦਾ ਹੈ। ਅਤੇ ਇਹਨਾਂ ਨੂੰ ਪੋਟੋਹਾਰੀ ਸ਼ਾਇਰੀ ਦਾ ਵੀ, ਪੋਟੋਹਾਰੀ ਪੰਜਾਬੀ ਲਹਿਜੇ ਦੀ ਸ਼ਾਇਰੀ ਦਾ ਵੀ ਸ਼ਾਇਰ ਆਖਿਆ ਜਾਂਦਾ ਹੈ। ਇਹਨਾਂ ਦੀ ਨਜ਼ਮ ਦੀ ਜਿਹੜੀ ਮੇਜਰ ਮੌਜ਼ੂਆਤ ਨੇ ਉਹਦੇ 'ਚੋਂ ਇਨਸਾਨ ਹੈ ਕਿ ਇਹਨਾਂ ਨੇ ਤਸ਼ਬੀਹ ਦਿੱਤੀ ਹੈ ਇਸਤਾਰਾ ਇਸਤੇਮਾਲ ਕਰਕੇ ਕਿ ਇਨਸਾਨ ਵੀ ਇੱਕ ਕੱਚਾ ਘੜਾ ਹੈ। ਜਿਵੇਂ ਆਖਦੇ ਨੇ ਕਿ ਵਕਤ ਸਮੁੰਦਰ ਛੱਲਾਂ ਮਾਰੇ, ਕੰਢੇ ਉੱਤੇ ਖੁੱਲ੍ਹੀ ਹਯਾਤੀ, ਕੱਚੇ ਘੜੇ ਉਲਾਰੇ। ਅਤੇ ਇਹਨਾਂ ਦੇ ਇਨਸਾਨ ਤੋਂ ਇਲਾਵਾ ਜਿਹੜੇ ਮੌਜ਼ੂਆਤ ਇਹਨਾਂ ਦੀ ਕੱਚੇ ਘੜੇ ਮਜਮੂਏ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਅਸੀਂ ਜਦੋਂ ਬਾਕੀ ਸਦੀਕੀ ਦਾ ਲੈਕਚਰ ਲਵਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਸਾਰੀ ਐਕਸਪਲੇਨ ਕਰਾਂਗਾ। ਤੀਸਰੇ ਨੰਬਰ 'ਤੇ ਜਿਹੜੇ ਸ਼ਾਇਰ ਸਾਡੇ ਕੋਲ ਲਿਸਟ ਜਦੀਦ ਸ਼ਾਇਰੀ ਦੀ ਲਿਸਟ ਵਿੱਚ ਮੌਜੂਦ ਨੇ ਉਹ ਮੁਨੀਰ ਨਿਆਜ਼ੀ ਨੇ। ਮੁਨੀਰ ਨਿਆਜ਼ੀ ਹੋਰਾਂ ਦਾ ਜਿਹੜਾ ਮਜਮੂਆ ਸਾਨੂੰ ਸਿਲੇਬਸ 'ਚ ਦਿੱਤਾ ਗਿਆ ਅਤੇ ਜਿਹਨੂੰ ਅਸੀਂ ਪਰਚੇ ਲਈ ਤਿਆਰ ਕਰਾਂਗੇ ਉਹ ਕੁਲ ਕਲਾਮ ਹੈ। ਕੁਲ ਕਲਾਮ ਅਸਲ 'ਚ 4 ਹੋਰ ਮਜਮੂਇਆਂ ਦਾ ਮਜਮੂਆ ਹੈ, ਜਿਹਦੇ 'ਚੋਂ ਸਫ਼ਰ ਦੀ ਰਾਤ ਪਹਿਲੇ ਨੰਬਰ 'ਤੇ ਵੇ, 4 ਚੁੱਪ ਚੀਜ਼ਾਂ, ਰਸਤਾ ਦੱਸਣ ਵਾਲੇ ਤਾਰੇ ਅਤੇ ਤਾਜ਼ਾ ਕਲਾਮ। ਇਹ ਚਾਰੇ ਜਿਹੜੇ ਨਜ਼ਮ ਦੇ ਮਜਮੂਏ ਨੇ ਮੁਨੀਰ ਨਿਆਜ਼ੀ ਦੇ, ਉਹਨਾਂ ਨੂੰ ਇਕੱਠ ਕਰਕੇ ਕੁਲ ਕਲਾਮ ਮੁਨੀਰ ਨਿਆਜ਼ੀ ਨੇ ਮੁਰਤਬ ਕੀਤਾ ਹੈ। ਅਤੇ ਉਹਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਮੌਜ਼ੂ ਹੈ ਜਿਹਦੇ 'ਤੇ ਉਹ ਗੱਲ ਕਰਦੇ ਨੇ, ਅਤੇ ਉਹ ਅਲਾਮਤ ਨਿਗਾਰੀ ਹੈ, ਤਮਸੀਲ ਨਿਗਾਰੀ ਹੈ ਅਤੇ ਨਰਗਸੀਅਤ ਪਸੰਦੀ ਹੈ। ਅਤੇ ਮੁਨੀਰ ਨਿਆਜ਼ੀ ਦੀ ਸ਼ਾਇਰੀ ਦੇ ਬਾਰੇ ਜਦੋਂ ਵੀ ਪਰਚੇ ਵਿੱਚ ਸਵਾਲ ਆਉਂਦਾ ਹੈ, ਤਫਸੀਲੀ ਸਵਾਲ, ਉਹ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਆਉਂਦਾ ਹੈ ਕਿ ਉਹਦੇ ਮੁਨੀਰ ਨਿਆਜ਼ੀ ਦੀ ਅਲਾਮਤ ਨਿਗਾਰੀ ਬਾਰੇ ਆਉਂਦਾ ਹੈ, ਤਮਸੀਲ ਨਿਗਾਰੀ ਬਾਰੇ ਆਉਂਦਾ ਹੈ, ਅਤੇ ਉਸ ਤੋਂ ਇਲਾਵਾ ਮੁਨੀਰ ਨਿਆਜ਼ੀ ਕਿਸ ਤਰੀਕੇ ਨਾਲ ਨਰਗਸੀਅਤ ਦੇ ਸ਼ਾਇਰ ਨੇ ਉਹਦੇ 'ਤੇ ਸਵਾਲ ਆਉਂਦਾ ਹੈ। ਅਸੀਂ ਇਹਨੂੰ ਡਿਟੇਲ ਨਾਲ ਇਨਸ਼ਾਅੱਲਾ ਆਪਣੇ ਮੁਨੀਰ ਨਿਆਜ਼ੀ ਦੇ ਲੈਕਚਰ ਦੇ ਵਿੱਚ ਵੇਖਾਂਗੇ। ਮੁਨੀਰ ਨਿਆਜ਼ੀ ਤੋਂ ਬਾਅਦ ਚੌਥੇ ਨੰਬਰ 'ਤੇ ਸਾਡੇ ਜਿਹੜੇ ਜਦੀਦ ਸ਼ਾਇਰ ਨੇ ਉਹ ਡਾਕਟਰ ਫਕੀਰ ਮੁਹੰਮਦ ਫਕੀਰ ਨੇ। ਇਹ ਵੀ ਨਜ਼ਮ ਦੇ ਹੀ ਸ਼ਾਇਰ ਨੇ, ਜਿਸ ਤਰ੍ਹਾਂ ਪਿਛਲੇ 3 ਨਜ਼ਮ ਦੇ ਸ਼ਾਇਰ ਸਨ। ਮੈਂ ਤੁਹਾਨੂੰ ਦੱਸਿਆ ਸੀ ਕਿ 4 ਸਾਡੇ ਜਦੀਦ ਸ਼ਾਇਰ ਨਜ਼ਮ ਦੇ ਨੇ ਅਤੇ 2 ਗਜ਼ਲ ਦੇ ਨੇ। ਉਹ ਆਖਰੀ ਸ਼ਾਇਰ ਨਜ਼ਮ ਦੇ ਜਿਹੜੇ ਨੇ ਉਹ ਡਾਕਟਰ ਫਕੀਰ ਮੁਹੰਮਦ ਫਕੀਰ ਨੇ, ਅਤੇ ਉਹਨਾਂ ਦੇ ਨਜ਼ਮੀ ਮਜਮੂਏ ਦਾ ਨਾਂ ਮਵਾਤਿਬ ਹੈ। ਅਤੇ ਇਹਨਾਂ ਦਾ ਜਿਹੜਾ ਮੇਨ ਮੌਜ਼ੂ ਨਜ਼ਮ ਦਾ, ਇਹਨਾਂ ਦੀ ਸ਼ਾਇਰੀ ਦਾ ਮੇਨ ਮੌਜ਼ੂ ਹੈ ਉਹ ਹਰਕਤ ਅਤੇ ਅਮਲ ਹੈ, ਹੌਂਸਲਾ ਅਤੇ ਅਦਮ ਹੈ। ਅਤੇ ਉਹ ਬੰਦੇ ਨੂੰ ਹਰਕਤ ਦੀ ਤਲਕੀਨ ਕਰਦੇ ਨੇ ਆਪਣੀ ਪੂਰੀ ਸ਼ਾਇਰੀ ਦੇ ਵਿੱਚ। ਜਿਵੇਂ ਉਹਨਾਂ ਨੇ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਸ਼ੇਰ ਦੀ ਮਿਸਾਲ ਸੁਣਾਉਣਾ ਉਹਨਾਂ ਦੀ। ਉਹ ਆਖਦੇ ਨੇ ਕਿ ਤਾਕਤ ਉਹਦੀ ਦਾ ਕਰਦਾ ਏ ਇਕਰਾਰ ਜ਼ਮਾਨਾ, ਤਾਕਤ ਉਹਦੀ ਦਾ ਕਰਦਾ ਏ ਇਕਰਾਰ ਜ਼ਮਾਨਾ, ਦੁਨੀਆ 'ਤੇ ਜਿਹਦੇ ਬਾਜ਼ੂਆਂ ਵਿੱਚ ਇਹ ਅਮਲ ਦਾ ਜ਼ੋਰ। ਜਿਹੜੇ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਉਹ ਆਪਣੀ ਸ਼ਾਇਰੀ ਦੇ ਵਿੱਚ ਇਸ ਗੱਲ ਦਾ ਦਰਦ ਦਿੰਦੇ ਨੇ ਕਿ ਇਨਸਾਨ ਨੂੰ ਹਰਕਤ ਕਰਦੇ ਰਹਿਣਾ ਚਾਹੀਦਾ ਹੈ, ਅਤੇ ਉਹਦੇ ਨਾਲ ਨਾਲ ਜਦੋਂ ਇਨਸਾਨ ਆਪਣੀ ਮੰਜ਼ਿਲ ਵੱਲ ਜਾ ਰਿਹਾ ਹੈ ਅਤੇ ਉਹਨੂੰ ਉਹਦੇ 'ਤੇ ਅਮਲ ਵੀ ਕਰਨਾ ਚਾਹੀਦਾ ਹੈ। ਜਿਹੜੀ ਚੀਜ਼ ਉਹ ਸੋਚਦਾ ਹੈ ਉਹਨੂੰ ਹਰਕਤ ਦੇ ਨਾਲ ਨਾਲ ਉਹਦੇ 'ਤੇ ਅਮਲ ਵੀ ਕਰਨਾ ਚਾਹੀਦਾ ਹੈ, ਫਿਰ ਹੀ ਦੁਨੀਆ ਉਹਦਾ ਲੋਹਾ ਮੰਨਦੀ ਹੈ। ਅਤੇ ਇਹ ਉਹਨਾਂ ਦੀ ਸ਼ਾਇਰੀ ਦਾ ਮੇਨ ਮੌਜ਼ੂ ਹੈ। ਅਸੀਂ ਵੇਖਾਂਗੇ ਕਿ ਕਿਸ ਤਰੀਕੇ ਨਾਲ ਜਦੋਂ ਐਗਜ਼ਾਮੀਨਰ ਸਵਾਲ ਡਾਕਟਰ ਫਕੀਰ ਮੁਹੰਮਦ ਫਕੀਰ ਦੀ ਸ਼ਾਇਰੀ ਦੀ ਮੇਨ ਮੌਜ਼ੂ ਹਰਕਤ ਅਤੇ ਅਮਲ 'ਤੇ ਸਵਾਲ ਕਰਦਾ ਹੈ, ਉਹਨੂੰ ਕਿਸ ਤਰੀਕੇ ਨਾਲ ਅਸੀਂ ਹੱਲ ਕਰਾਂਗੇ। ਅਗਲੇ ਲਿਸਟ ਵਿੱਚ ਜਦੀਦ ਸ਼ਾਇਰੀ ਦੀ ਲਿਸਟ ਵਿੱਚ ਸਾਡੇ ਕੋਲ ਜਿਹੜੇ ਸ਼ਾਇਰ ਨੇ ਉਹ ਪੀਰ ਫਜ਼ਲ ਗੁਜਰਾਤੀ ਨੇ, ਅਤੇ ਇਹ ਗਜ਼ਲ ਦੇ ਸ਼ਾਇਰ ਨੇ। ਜਿਸ ਤਰੀਕੇ ਨਾਲ ਪਿਛਲੇ ਸ਼ਾਇਰ ਸਾਡੇ ਕੋਲ ਨਜ਼ਮ ਦੇ ਸ਼ਾਇਰ ਸਨ, ਇਹ ਸਾਡੇ ਗਜ਼ਲ ਦੇ ਪਹਿਲੇ ਸ਼ਾਇਰ ਨੇ। ਅਤੇ ਇਹਨਾਂ ਦੀ ਪਰਚੇ ਵਿੱਚ ਸਵਾਲ ਇਹਨਾਂ ਦੀ ਮੋਸਟਲੀ ਇਹਨਾਂ ਦੀ ਗਜ਼ਲ ਗੋਈ 'ਤੇ ਹੀ ਆਉਂਦਾ ਹੈ। ਅਤੇ ਜੇ ਅਸੀਂ ਇਹਨਾਂ ਦੇ ਗਜ਼ਲਾਂ ਦਾ ਥੋੜ੍ਹਾ ਜਿਹਾ ਤਨਕੀਦੀ ਵੇਰਵਾ ਕਰ ਲਈਏ ਸਹੀ ਤਰੀਕੇ ਨਾਲ, ਅਤੇ ਅਸੀਂ ਇਹਨਾਂ ਦੇ ਸਵਾਲ ਬੜੇ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹੀ ਸਵਾਲ ਅਸੀਂ ਜਿਹੜੇ ਪਹਿਲਾਂ ਮੈਂ ਤੁਹਾਨੂੰ ਪੰਜਾਬੀ ਤਾਰੀਖ ਦਾ ਜਿਹੜਾ ਹਿੱਸਾ ਸੀ ਉਹਦੇ 'ਚ ਜਿਹੜੇ ਸਵਾਲ ਆਉਣਗੇ ਉਹਦੇ 'ਚ ਵੀ ਇਸਤੇਮਾਲ ਕਰ ਸਕਦੇ ਹਾਂ। ਅਤੇ ਪੀਰ ਫਜ਼ਲ ਗੁਜਰਾਤੀ ਹੋਰਾਂ ਗਜ਼ਲ ਦੇ ਬਾਰੇ ਆਖਦੇ ਵੀ ਨੇ ਕਿ ਫਜ਼ਲ ਹੋਰਾਂ ਨੇ ਬਦਲ ਦਿੱਤੀ ਏ ਪੰਜਾਬੀ ਦਾ ਰੰਗ, ਫਜ਼ਲ ਹੋਰਾਂ ਨੇ ਬਦਲ ਦਿੱਤਾ ਏ ਪੰਜਾਬੀ ਦਾ ਰੰਗ, ਯਾ ਇਲਾਹੀ ਦੌਰੇ ਹਾਜ਼ਰ ਦੇ ਗਜ਼ਲ ਖਵਾਨਾ ਦੀ ਖੈਰ। ਅਤੇ ਪੀਰ ਫਜ਼ਲ ਗੁਜਰਾਤੀ ਹੋਰਾਂ ਨੇ ਇੱਕ ਗਜ਼ਲ ਦਾ ਸਟੈਂਡਰਡ ਸੈੱਟ ਕਰ ਦਿੱਤਾ ਸੀ, ਜਿਹੜੇ ਆਉਣ ਵਾਲੇ ਸ਼ਾਇਰਾਂ ਨੂੰ ਮੈਚ ਕਰਨ ਲਈ ਵਾਹਵਾ ਮਿਹਨਤ ਕਰਨੀ ਪਈ। ਅਤੇ
ਇਸ ਸਵਾਲ ਇਹਨਾਂ ਦੇ ਇਸ ਗਜ਼ਲ ਗੋਈ ਤੇ ਆਉਣ ਵਾਲੇ ਸਵਾਲ ਨੂੰ ਅਸੀਂ ਪਰਚੇ 'ਚ ਕਿਸ ਤਰੀਕੇ ਨਾਲ ਹੱਲ ਕਰਾਂਗੇ, ਉਹ ਸਾਰੀ ਡਿਟੇਲ ਅਸੀਂ ਇਹਦੇ ਡਿਟੇਲਡ ਲੈਕਚਰ ਵਿੱਚ ਮੈਂ ਤੁਹਾਨੂੰ ਦੱਸਾਂਗਾ। ਛਠੇ ਨੰਬਰ 'ਤੇ ਸਾਡੇ ਕੋਲ ਜਿਹੜੇ ਸ਼ਾਇਰ ਜਦੀਦ ਸ਼ਾਇਰੀ ਦੀ ਲਿਸਟ ਵਿੱਚ ਨੇ ਉਹ ਰਊਫ ਸ਼ੇਖ ਨੇ, ਅਤੇ ਉਹਨਾਂ ਦਾ ਜਿਹੜਾ ਨਿਸਾਬ ਵਿੱਚ ਸਾਨੂੰ ਮਜਮੂਆ ਦਿੱਤਾ ਗਿਆ ਹੈ ਜਿਹਦੇ 'ਚੋਂ ਪਰਚਾ ਆਏਗਾ ਉਹ ਬਲਦਾ ਸ਼ਹਿਰ ਹੈ। ਇਹਨਾਂ ਦੇ ਦੋ ਹੋਰ ਵੀ ਮਜਮੂਏ ਨੇ ਜਿਹਦੇ 'ਚੋਂ ਚੁੱਪ ਦਾ ਜ਼ਹਿਰ ਅਤੇ ਸ਼ਿਕਰ ਦੁਪਹਿਰ ਸ਼ਾਮਿਲ ਨੇ, ਅਤੇ ਤੀਸਰਾ ਮਜਮੂਆ ਬਲਦਾ ਸ਼ਹਿਰ ਹੈ। ਲੇਕਿਨ ਸਾਡੇ ਨਿਸਾਬ 'ਚ ਕਿਉਂਕਿ ਬਲਦਾ ਸ਼ਹਿਰ ਹੈ ਅਤੇ ਅਸੀਂ ਇਹਦੇ 'ਚ ਹੀ ਜਿਹੜੀ ਇਹਨਾਂ ਦੀ ਗਜ਼ਲਾਂ ਦਿੱਤੀਆਂ ਗਈਆਂ ਉਹਦੇ ਬਾਰੇ ਅਸੀਂ ਵੇਰਵਾ ਕਰਾਂਗੇ। ਅਤੇ ਇਹਨਾਂ ਦੇ ਬਾਰੇ ਵੀ ਸਵਾਲ ਪੀਰ ਫਜ਼ਲ ਗੁਜਰਾਤੀ ਹੋਰਾਂ ਦੀ ਤਰ੍ਹਾਂ ਇਹਨਾਂ ਦੀ ਗਜ਼ਲ ਗੋਈ ਅਤੇ ਇਹਨਾਂ ਨੇ ਜਿਸ ਤਰੀਕੇ ਨਾਲ ਆਪਣੀ ਗਜ਼ਲਾਂ ਵਿੱਚ ਗੁਰਬਤ ਅਤੇ ਪੰਜਾਬ ਦੀ ਵੰਡ ਨੂੰ ਬਿਆਨ ਕੀਤਾ ਹੈ ਉਹਦੇ ਬਾਰੇ ਸਵਾਲ ਆਉਂਦਾ ਹੈ। ਅਤੇ ਉਸ ਤੋਂ ਇਲਾਵਾ ਇਹਨਾਂ ਦਾ ਇੱਕ ਮੌਜ਼ੂ ਜਿਹੜਾ ਇਹਨਾਂ ਨੂੰ ਦੂਸਰੇ ਸ਼ਾਇਰਾਂ ਤੋਂ ਅੱਡ ਕਰਦਾ ਹੈ ਉਹ ਇਕਲਾਪਾ ਹੈ। ਇਹਨਾਂ ਦੇ ਇਕਲਾਪੇ ਦੇ ਮੌਜ਼ੂ 'ਤੇ ਵੀ ਗਜ਼ਲਾਂ ਨੇ, ਅਤੇ ਅਸੀਂ ਉਹਦੇ ਦੇ ਬਾਰੇ ਵੀ ਵੇਖਾਂਗੇ ਉਹਦੇ 'ਤੇ ਸਵਾਲ ਪਰਚੇ ਵਿੱਚ ਆਉਂਦਾ ਹੈ ਅਤੇ ਕਿਸ ਤਰੀਕੇ ਨਾਲ ਆਉਂਦਾ ਹੈ ਅਤੇ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਹੱਲ ਕਰ ਸਕਦੇ ਹੋ। ਇਹ ਤੇ 3 ਹਿੱਸੇ ਹੋ ਗਏ। ਸਭ ਤੋਂ ਪਹਿਲੇ ਹੋ ਗਿਆ ਪੰਜਾਬੀ ਜ਼ੁਬਾਨ ਦੀ ਤਾਰੀਖ, ਕਲਾਸਕੀ ਸ਼ਾਇਰੀ ਅਤੇ ਜਦੀਦ ਸ਼ਾਇਰੀ। ਇਹ 3 ਮੇਜਰ ਪਾਰਟ ਪੰਜਾਬੀ ਪਰਚੇ ਦੇ ਨੇ ਜਿਹੜੇ ਸਾਡੇ ਨਿਸਾਬ 'ਚ ਦਿੱਤੇ ਗਏ ਨੇ। ਆਲਮੋਸਟ ਜਿਵੇਂ 5 ਸਵਾਲ ਆਉਂਦੇ ਨੇ 16 ਨੰਬਰ ਦੇ, ਅਤੇ 80 ਨੰਬਰ ਦਾ ਤਫਸੀਲੀ ਸਵਾਲਾਂ ਦਾ ਹਿੱਸਾ ਬਣਦਾ ਹੈ। ਉਹਦੇ 'ਚੋਂ ਕਈ ਦਫਾ ਇੰਝ ਹੁੰਦਾ ਹੈ ਕਿ ਪਰਚੇ 'ਚੋਂ ਜਿਹੜੇ 5 ਤੋਂ 3 ਸਵਾਲ ਨੇ ਉਹ ਇਹਨਾਂ ਦੇ ਵਿੱਚੋਂ ਹੀ ਆਉਂਦੇ ਨੇ, ਅਤੇ ਇੱਕ ਸਵਾਲ ਜਿਹੜਾ ਹੈ ਉਹ ਅੱਗੇ ਅਸਨਾਫੇ ਅਦਬ 'ਚੋਂ ਵੀ ਆ ਜਾਂਦਾ। ਉਹ ਮੈਂ ਤੁਹਾਨੂੰ ਹੁਣ ਦੱਸਣਾ ਵਾ ਉਹਦੇ ਇੰਟਰੋਡਕਸ਼ਨ 'ਚ ਹੀ ਕਿ ਉਹ ਕਿਸ ਤਰੀਕੇ ਨਾਲ ਹੱਲ ਕਰਨਾ ਹੈ। ਅੱਛਾ, ਇਹਨਾਂ 3 ਹਿੱਸਿਆਂ ਤੋਂ ਬਾਅਦ ਸਾਡੇ ਕੋਲ ਜਿਹੜਾ ਚੌਥਾ ਹਿੱਸਾ ਹੈ ਉਹ ਇਸਲਾਮੀ ਅਦਬ ਹੈ। ਇਸਲਾਮੀ ਅਦਬ 'ਚ ਸਾਡੇ ਕੋਲ 2 ਮੌਜ਼ੂਆਤ ਨੇ ਜਾਂ 2 ਮਜਮੂਏ ਨੇ। ਉਹਦੇ 'ਚੋਂ ਇੱਕ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਹੈ ਸੱਚੀ ਸਰਕਾਰ ਦੇ ਨਾਮ ਨਾਲ, ਜਿਹੜੀ ਅਬਦੁਲ ਹਕੀਮ ਸਮਰਮੰਦ ਨੇ ਮੁਰਤਬ ਕੀਤੀ ਹੈ, ਕੰਪਾਈਲ ਕੀਤੀ ਹੈ। ਜਿਸ ਤਰੀਕੇ ਨਾਲ ਉਰਦੂ ਜ਼ੁਬਾਨ 'ਚ ਸੀਰਤ ਹੁੰਦੀ ਹੈ, ਇਸਲਾਮੀਆਤ 'ਚ ਅਸੀਂ ਸੀਰਤ ਪੜ੍ਹਨੇ ਆ, ਉਹ ਪੰਜਾਬੀ 'ਚ ਵੀ ਹੈ। ਅਤੇ ਜਿਸ ਤਰੀਕੇ ਤੁਸੀਂ ਇਸਲਾਮੀਅਤ ਦੀ ਤਿਆਰੀ ਵੀ ਕਰੋਗੇ ਨਾਲ ਉਸੇ ਤਰੀਕੇ ਨਾਲ ਤੁਹਾਡੀ ਸੀਰਤ ਇੱਥੇ ਵੀ ਤਿਆਰ ਹੁੰਦੀ ਜਾਏਗੀ ਕਿ ਬਸ ਸਿਰਫ ਫ਼ਰਕ ਇਹ ਹੋਏਗਾ ਕਿ ਉੱਥੇ ਤੁਸੀਂ ਅੰਗਰੇਜ਼ੀ ਜਾਂ ਉਰਦੂ 'ਚ ਜੋ ਆਪਟ ਕੀਤੀ ਹੈ ਅਤੇ ਉੱਥੇ ਉਸ ਜ਼ੁਬਾਨ 'ਚ ਕਰ ਰਹੇ ਹੋ, ਅਤੇ ਇੱਥੇ ਤੁਸੀਂ ਪੰਜਾਬੀ 'ਚ ਕਰਨੀ ਹੈ। ਲੇਕਿਨ ਇੱਥੇ ਫਿਰ ਤੁਹਾਨੂੰ ਕਲਾਸਕੀ ਸ਼ਾਇਰੀ ਅਤੇ ਜਦੀਦ ਸ਼ਾਇਰੀ ਤੁਹਾਡੀ ਮਦਦ ਲਈ ਆਏਗੀ। ਕਿਉਂਕਿ ਤੁਸੀਂ ਨਾਤ ਅਤੇ ਬਹੁਤ ਸੇ ਨਾਤੀ ਮਜਮੂਏ ਜਿਹੜੇ ਤੁਸੀਂ ਨੇ ਆਪਣੇ ਕਲਾਸਕੀ ਸ਼ਾਇਰਾਂ ਦੇ ਤਿਆਰ ਕੀਤੇ ਹੋਣੇ ਨੇ। ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਨਾਤ ਦਾ ਮਜਮੂਆ ਹੈ, ਬਾਬਾ ਫਰੀਦ ਗੰਜੇ ਸ਼ਕਰ ਦੀ ਹੈ, ਸ਼ਾਹ ਹੁਸੈਨ ਦੀ ਹੈ। ਉਹ ਤੁਸੀਂ ਸੱਚੀ ਸਰਕਾਰ 'ਚ ਜਦੋਂ ਇਹਦਾ ਸਵਾਲ ਕਰੋਗੇ ਤਾਂ ਉਹਦੇ 'ਚ ਇਸਤੇਮਾਲ ਕਰ ਸਕਦੇ ਹੋ। ਜਿਹੜਾ ਦੂਸਰਾ ਹਿੱਸਾ ਹੈ ਇਸਲਾਮੀ ਅਦਬ ਦਾ, ਉਹਦੇ 'ਚ ਸਾਡੇ ਕੋਲ ਮੁਵਾਜ਼ ਨੌਸ਼ਾਗੰਜ ਬਖਸ਼ ਨੇ ਜਿਹੜੇ ਸੈਯਦ ਸ਼ਰੀਫ ਅਹਿਮਦ ਨੌਸ਼ਾਹੀ ਸਾਹਿਬ ਨੇ ਕੰਪਾਈਲ ਕੀਤੇ ਨੇ, ਅਤੇ ਇਹ 6 ਵਾਜ਼ ਨੇ ਜਿਨ੍ਹਾਂ 'ਤੇ ਸਵਾਲ ਆ ਜਾਂਦਾ ਹੈ। ਅਤੇ ਅਸੀਂ ਇਹਦੇ ਜਿਹੜਾ ਡਿਟੇਲ ਲੈਕਚਰ ਹੋਏਗਾ ਉਹਦੇ 'ਚ ਇਹਨੂੰ ਵੇਖਾਂਗੇ। 5ਵਾਂ ਹਿੱਸਾ ਨਿਸਾਬ ਦੇ ਵਿੱਚ ਸਾਡੇ ਕੋਲ ਜਿਹੜਾ ਮੌਜੂਦ ਹੈ ਉਹ ਤਖਲੀਕੀ ਨਸਰ ਹੈ। ਪੋਇਟਰੀ ਯਾਨੀ ਕਿ ਸ਼ਾਇਰੀ ਅਸੀਂ 2 ਹਿੱਸਿਆਂ 'ਚ ਕਰ ਚੁੱਕੇ ਹਾਂ, ਕਲਾਸਕੀ ਸ਼ਾਇਰੀ ਅਤੇ ਜਦੀਦ ਸ਼ਾਇਰੀ। ਅਤੇ ਨਸਰ ਦਾ ਸਾਨੂੰ ਇੱਕੋ ਹੀ ਹਿੱਸਾ ਦਿੱਤਾ ਗਿਆ ਹੈ, ਉਹਦੇ 'ਚ ਤਖਲੀਕੀ ਨਸਰ ਹੈਗੀ ਹੈ। ਅਤੇ ਇਹਦੇ 'ਚ 5 ਟੋਟਲ ਮਜਮੂਏ ਨੇ ਕਹਿ ਲਓ ਤੁਸੀਂ, ਜਿਹਦੇ 'ਚੋਂ 3 ਅਫਸਾਨੇ ਨੇ, ਇੱਕ ਇਨਸ਼ਾਈਆ ਹੈ ਅਤੇ ਇੱਕ ਨਾਵਲ ਹੈ। ਸਭ ਤੋਂ ਪਹਿਲਾ ਅਫਸਾਨਾ ਜਿਹੜਾ ਹੈ ਉਹ ਡੂੰਘੀਆਂ ਸ਼ਾਮਾਂ ਨਵਾਜ਼ ਦਾ ਲਿਖਿਆ ਹੋਇਆ ਹੈ, ਅਤੇ ਨਵਾਜ਼ ਦੇ ਇਸ ਅਫਸਾਨੇ ਦੇ ਜਿਹੜੇ ਬਹੁਤੇ ਸਵਾਲ ਆਉਂਦੇ ਨੇ ਉਹ ਇਸ ਅਫਸਾਨੇ ਦਾ ਤਨਕੀਦੀ ਜਾਇਜ਼ਾ ਆਉਂਦਾ ਹੈ ਅਤੇ ਫਿਕਰੀ ਤਜਜ਼ੀਆ ਆਉਂਦਾ ਹੈ। ਉਹ ਕਿਵੇਂ? ਕਿਉਂਕਿ ਨਵਾਜ਼ ਨੇ ਆਪਣੇ ਇਸ ਡੂੰਘੀਆਂ ਸ਼ਾਮਾਂ ਦੇ ਵਿੱਚ ਇਹਦਾ ਜਿਹੜਾ ਮੇਨ ਗੂੜਾ ਮੌਜੂ ਰਿਹਾ ਹੈ ਉਹ ਰੋਮਾਨਵੀ ਜ਼ਿੰਦਗੀ ਰਿਹਾ ਹੈ, ਰੋਮਾਨਵੀ ਰੰਗ ਹੈ ਇਹਦੇ 'ਚ, ਅਤੇ ਇਹਨੇ ਨਫਸੀਆਤੀ ਮਸਾਇਲਾਂ ਨੂੰ ਬਹੁਤ ਉਭਾਰਿਆ ਹੈ। ਬਾਕੀ ਇਹਦੇ ਜਿਹੜੇ ਹੋਰ ਵੀ ਮੌਜੂਆਤ ਨੇ ਅਤੇ ਉਹ ਕਿਸ ਤਰੀਕੇ ਨਾਲ ਇਹਨਾਂ 2 ਸਵਾਲਾਂ ਨਾਲ ਇੰਟਰੈਕਟ ਕਰਦੇ ਨੇ ਅਤੇ ਇਹਨਾਂ ਨੂੰ ਏਡ ਦੇਣਗੇ ਤੁਹਾਡੇ ਪਰਚੇ ਦੇ ਵਿੱਚ, ਅਸੀਂ ਉਹ ਇਹਦੇ ਮੇਨ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਦੂਸਰਾ ਸਾਡੇ ਕੋਲ ਤਖਲੀਕੀ ਨਸਰ ਜਿਹੜੀ ਹੈ ਉਹ ਵੀ ਅਫਸਾਨਾ ਹੈ, ਅਤੇ ਚੰਨੇ ਦੇ ਓਲੇ ਦੇ ਨਾਂ ਨਾਲ ਫਰਖੰਦਾ ਲੋਧੀ ਹੋਰਾਂ ਦਾ ਹੈਗਾ ਹੈ। ਇਹਦੇ ਵਿੱਚ ਉਹਨਾਂ ਨੇ ਜ਼ਨਾਨੀ ਦੀ ਨਫਸੀਆਤ ਨੂੰ ਇਸ ਅਫਸਾਨੇ ਵਿੱਚ ਬਿਆਨ ਕੀਤਾ ਹੈ। ਉਸ ਤੋਂ ਇਲਾਵਾ ਨਿਚਲੇ ਤਬਕੇ ਦੀ ਅਕਾਸੀ ਕੀਤੀ ਹੈ, ਅਤੇ ਨਾਲੇ ਮੁਕਾਲਮਾ ਨਿਗਾਰੀ ਅਤੇ ਮੰਜ਼ਰ ਨਿਗਾਰੀ ਨੂੰ ਵੀ ਬਿਆਨ ਕੀਤਾ ਹੈ। ਇਹਨਾਂ ਦੇ ਮੇਨ ਸਵਾਲਾਤ ਦਾ ਜਿਹੜਾ ਨਿਸਾਬ ਦੇ ਪਿਛਲੇ ਸਾਲਾਂ ਦੇ ਅਸੀਂ ਪਰਚੇ ਚੁੱਕ ਕੇ ਵੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਮੋਸਟਲੀ ਸਵਾਲ ਇਹਨਾਂ ਦੀ ਨਫਸੀਆਤ, ਜ਼ਨਾਨੀ ਦੀ ਨਫਸੀਆਤ ਅਤੇ ਇਹਨਾਂ ਦੀ ਮੁਕਾਲਮਾ ਨਿਗਾਰੀ ਅਤੇ ਸਰਾਪਾ ਨਿਗਾਰੀ ਦੇ ਉੱਤੇ ਹੀ ਆਏ ਨੇ। ਤੀਸਰਾ ਜਿਹੜਾ ਸਾਡੇ ਕੋਲ ਤਖਲੀਕੀ ਨਸਰ 'ਚ ਮੌਜੂਦ ਹੈ ਉਹ ਨਾਵਲ ਹੈ।
ਉਹ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਹੋਰਾਂ ਨੇ ਲਿਖਿਆ ਹੈ, ਅਤੇ ਉਹ ਦੀਵਾ ਤੇ ਦਰਿਆ ਦੇ ਨਾਲ ਸਾਡੇ ਸਿਲੇਬਸ 'ਚ ਮੌਜੂਦ ਹੈ, ਜਿਹਦੇ ਵਿੱਚ ਉਹਨਾਂ ਨੇ ਦੀਵਾ ਤੇ ਦਰਿਆ ਦੇ ਵਿੱਚ ਪੰਜਾਬ ਦੀ ਅਕਾਸੀ ਕੀਤੀ ਹੈ ਵੰਡ ਤੋਂ ਪਹਿਲੇ ਦੇ ਪੰਜਾਬ ਦੀ, ਅਤੇ ਉਸ ਤੋਂ ਬਾਅਦ ਵੰਡ ਤੋਂ ਬਾਅਦ ਦੇ ਪੰਜਾਬ ਦੇ ਵੀ ਹਾਲਾਤ ਸਾਨੂੰ ਦੱਸੇ ਨੇ, ਅਤੇ ਉਹਨਾਂ ਨੇ ਪੰਜਾਬ ਦੀ ਹਕੀਕੀ ਜ਼ਿੰਦਗੀ ਅਤੇ ਕਿਸ ਤਰੀਕੇ ਨਾਲ ਇੱਥੋਂ ਦੇ ਲੋਕ ਆਪਸ 'ਚ ਜ਼ਿੰਦਗੀ ਲੰਘਾਉਂਦੇ ਸਨ ਉਹਨੂੰ ਬਿਆਨ ਕੀਤਾ ਹੈ। ਉਸ ਤੋਂ ਬਾਅਦ ਚੌਥੇ ਨੰਬਰ 'ਤੇ ਸਾਡੇ ਕੋਲ ਬੋਲ ਮਿੱਟੀ ਦਿਆ ਬਾਵਿਆ ਇੱਕ ਡਰਾਮਾ ਹੈ, ਸਜਾਦ ਹੈਦਰ ਹੋਰਾਂ ਨੇ ਲਿਖਿਆ ਹੈ, ਅਤੇ ਇਹਦੇ 'ਚ ਜਿਹੜਾ ਮੇਨ ਟੌਪਿਕ ਹੈ ਸਜਾਦ ਹੈਦਰ ਹੋਰਾਂ ਦਾ ਉਹ ਕਿਰਦਾਰ ਨਿਗਾਰੀ 'ਤੇ ਸਵਾਲ ਆਉਂਦਾ ਹੈ। ਉਸ ਤੋਂ ਇਲਾਵਾ ਪੰਜਾਬ ਦੀ ਰਹਿਤਲ ਬਹਿਤਲ ਅਤੇ ਅਲਾਮਤ ਨਿਗਾਰੀ 'ਤੇ ਆਉਂਦਾ ਹੈ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੋਸਟਲੀ ਸਾਡੇ ਪੰਜਾਬੀ ਦੇ ਇੱਕ ਇਹ ਡਰਾਮਾ ਹੋ ਗਿਆ, ਇਸ ਤੋਂ ਪਿਛਲਾ ਜਿਹੜਾ ਨਾਵਲ ਸੀ ਦੀਵਾ ਤੇ ਦਰਿਆ, ਫਿਰ ਉਸ ਤੋਂ ਬਾਅਦ ਰਊਫ ਸ਼ੇਖ ਦੀ ਜਿਹੜੀ ਨਜ਼ਮਾਂ ਦਾ ਮਜਮੂਆ ਬਲਦਾ ਸ਼ਹਿਰ, ਇਸ ਮੋਸਟਲੀ ਪੰਜਾਬ ਦੀ ਰਹਿਤਲ ਬਹਿਤਲ ਦੇ ਬਾਰੇ ਦੱਸਦੇ ਨੇ। ਹੀਰ ਵਾਰਿਸ ਸ਼ਾਹ ਹੋ ਗਈ, ਇਹ ਸਾਰੇ ਆਪਸ 'ਚ ਇੰਟਰ ਲੂਪਡ ਨੇ ਅਤੇ ਤੁਹਾਨੂੰ ਇੱਕ ਦੂਜੇ ਦੀ ਤਿਆਰੀ ਲਈ ਬਹੁਤ ਮਦਦ ਕਰਨਗੇ। ਅਤੇ ਇਸ ਲਈ ਮੈਂ ਤੁਹਾਨੂੰ ਲੈਕਚਰ ਦੇ ਸ਼ੁਰੂ 'ਚ ਹੀ ਦੱਸਿਆ ਸੀ ਕਿ ਜੇ ਤੁਸੀਂ ਪੰਜਾਬੀ ਸ਼ਾਇਰੀ ਸਹੀ ਤਰੀਕੇ ਨਾਲ ਤਿਆਰ ਕਰ ਲਓਗੇ, ਉਹ ਤੁਹਾਡੀ ਨਸਰ 'ਚ ਵੀ ਮਦਦ ਕਰੇਗੀ, ਤੁਹਾਡੀ ਇਸਲਾਮੀ ਅਦਬ ਦੇ ਸਵਾਲ ਨੂੰ ਹੱਲ ਕਰਨ 'ਚ ਵੀ ਮਦਦ ਕਰੇਗੀ, ਅਤੇ ਉਸ ਤੋਂ ਇਲਾਵਾ ਤਾਰੀਖ ਦੇ ਸਵਾਲ ਨੂੰ ਵੀ ਹੱਲ ਕਰਨ 'ਚ ਮਦਦ ਕਰੇਗੀ। ਪੰਜਵੇਂ ਨੰਬਰ 'ਤੇ ਆਖਰੀ ਨੰਬਰ 'ਤੇ ਤਖਲੀਕੀ ਨਸਰ 'ਚ ਸਾਡਾ ਜਿਹੜਾ ਮਜਮੂਆ ਹੈ ਉਹ ਚੋਬੜਾਂ ਦੇ ਨਾਲ ਇੰਸ਼ਾਈਆ ਹੈ, ਅਤੇ ਉਹ ਅਰਸ਼ਦ ਮੀਰ ਨੇ ਮੁਰਤਬ ਕੀਤਾ ਹੈ। ਅਤੇ ਚੋਬੜਾ ਇੱਕ ਇੰਸ਼ਾਈਆ ਤਨਜ਼ੋ ਮਜ਼ਾਹ 'ਤੇ ਅਰਸ਼ਦ ਮੀਰ ਉਹਨਾਂ ਨੇ ਕੰਪਾਈਲ ਕੀਤਾ ਹੈ, ਅਤੇ ਇਹਦੀ ਡਿਟੇਲ ਅਸੀਂ ਇਹਦੇ ਡਿਟੇਲਡ ਲੈਕਚਰ 'ਚ ਡਿਸਕਸ ਕਰਾਂਗੇ। 6ਵੇਂ ਨੰਬਰ 'ਤੇ ਸਾਡੇ ਕੋਲ ਜਿਹੜਾ ਨਿਸਾਬ 'ਚ ਹਿੱਸਾ ਹੈ ਅਤੇ ਪਰਚੇ 'ਚ ਜਿਹੜਾ ਸਵਾਲ ਅਕਸਰ ਇਹਦੇ 'ਚੋਂ ਆ ਜਾਂਦਾ ਹੈ ਉਹ ਤਹਿਕੀਕੋ ਤਨਕੀਦ ਹੈ। ਤਹਿਕੀਕੋ ਤਨਕੀਦ ਦੀ ਸਾਡੇ ਲਈ 5 ਕਿਤਾਬਾਂ ਕਹਿ ਸਕਦੇ ਹੋ ਤੁਸੀਂ ਸਾਡੇ ਸਿਲੇਬਸ 'ਚ ਪਾਈਆਂ ਗਈਆਂ ਨੇ, 5 ਮੌਜ਼ੂਆਤ ਨੇ, ਜਿਹਦੇ 'ਚੋਂ ਪਹਿਲੇ ਨੰਬਰ 'ਤੇ ਚਾਤੀਆਂ ਸ਼ਰੀਫ ਕੁੰਜਾਈ ਹੋਰਾਂ ਦਾ, ਦੂਸਰੇ ਨੰਬਰ 'ਤੇ ਪੂਰਨੇ ਹੁਸੈਨ ਸ਼ਾਹਿਦ ਹੋਰਾਂ ਦਾ, ਅਤੇ ਤੀਸਰੇ ਨੰਬਰ 'ਤੇ ਸਾਰਾ ਨਜਮ ਹੁਸੈਨ ਸੈਦ, ਅਤੇ ਚੌਥੇ 'ਤੇ ਅਦਬ ਸਮੰਦਰ ਡਾਕਟਰ ਅਸਮਤੁੱਲਾ ਜ਼ਾਹਿਦ ਦਾ, ਅਤੇ ਪੰਜਵੇਂ 'ਤੇ ਪੜਕ ਪਰਚੋਲ ਆਰਫ ਅਬਦੁਲ ਮਤੀਨ ਹੋਰਾਂ ਦਾ ਹੈ। ਜਿਵੇਂ ਇਸ ਸਿਲੇਬਸ ਦੇ ਟੌਪਿਕ ਦੇ ਨਾਲੋਂ ਹੀ ਵਾਜ਼ਿਹ ਹੁੰਦਾ ਹੈ ਕਿ ਤਹਿਕੀਕੋ ਤਨਕੀਦ ਹੈ, ਜਿਸ ਤਰ੍ਹਾਂ ਅੰਗਰੇਜ਼ੀ ਲਿਟਰੇਚਰ 'ਚ ਵੀ ਕ੍ਰਿਟਿਸਿਜ਼ਮ ਹੁੰਦਾ ਹੈ, ਬਾਕੀ ਜ਼ੁਬਾਨਾਂ 'ਚ ਵੀ ਕ੍ਰਿਟਿਸਿਜ਼ਮ ਹੁੰਦਾ ਹੈ, ਇਸੇ ਤਰੀਕੇ ਨਾਲ ਪੰਜਾਬੀ ਅਦਬ 'ਚ ਵੀ ਜ਼ੁਬਾਨ ਦਾ ਕ੍ਰਿਟਿਸਿਜ਼ਮ ਹੈ। ਇਹਦੇ ਵਿੱਚ ਅਸੀਂ ਪੜ੍ਹਾਂਗੇ ਨਸਰ ਦਾ ਕ੍ਰਿਟਿਸਿਜ਼ਮ ਵੀ ਪੜ੍ਹਾਂਗੇ, ਨਜ਼ਮ ਗਜ਼ਲ ਯਾਨੀ ਸ਼ਾਇਰੀ ਦਾ ਵੀ ਕ੍ਰਿਟਿਸਿਜ਼ਮ ਪੜ੍ਹਾਂਗੇ। ਇੱਕ ਸਵਾਲ ਪਿਛਲੇ ਜੇ ਪਰਚੇ ਚੁੱਕ ਕੇ ਵੇਖੀਏ ਅਸੀਂ ਅਤੇ ਇਹਦੇ 'ਚੋਂ ਆ ਜਾਂਦਾ ਹੈ, ਲੇਕਿਨ ਕਿਉਂਕਿ ਇਹ ਥੋੜ੍ਹਾ ਜਿਹਾ ਕੰਪਲੀਕੇਟਿਡ ਹੈ ਅਤੇ ਕਈ ਸਟੂਡੈਂਟਸ ਇਹਨੂੰ ਛੱਡਣਾ ਵੀ ਚਾਹੁੰਦੇ ਨੇ, ਅਤੇ ਉਹ ਇਸ ਪਾਰੋਂ ਛੱਡ ਵੀ ਸਕਦੇ ਨੇ, ਕਿਉਂਕਿ ਸਾਡੇ ਕੋਲ ਜੇ ਅਸੀਂ ਸ਼ਾਇਰੀ ਨਸਰ ਅਤੇ ਤਾਰੀਖ ਦੇ ਸਵਾਲ ਸਹੀ ਤਰੀਕੇ ਨਾਲ ਤਿਆਰ ਕਰ ਲਈਏ ਅਤੇ ਇਹ ਚੁਆਇਸ ਦੇ ਵਿੱਚ ਛੱਡੇ ਜਾ ਸਕਦੇ ਨੇ। ਆਖਰੀ ਹਿੱਸਾ ਸਾਡੇ ਸਿਲੇਬਸ ਦਾ, ਜੇ ਸਾਡੇ ਪਰਚੇ 'ਚ ਜਿਹੜਾ ਸਵਾਲ ਆਉਂਦਾ ਬਹੁਤ ਇੰਪੋਰਟੈਂਟ ਹੈ, ਉਹ ਹੈ ਇਸਨਾਫੇ ਅਦਬ ਅਤੇ ਲੋਕ ਅਦਬ। ਇਸਨਾਫ ਸਿਨਫ ਦੀ ਜਮ੍ਹਾਂ ਹੈ, ਅਤੇ ਅਸੀਂ 3 ਤਰ੍ਹਾਂ ਦੀ ਇਸਨਾਫ ਆਪਣੇ ਪਰਚੇ ਦੇ ਵਿੱਚ ਵੇਖਾਂਗੇ ਆਪਣੇ ਸਿਲੇਬਸ ਦੇ ਵਿੱਚ। ਸਭ ਤੋਂ ਪਹਿਲੇ ਆਉਂਦੀਆਂ ਨੇ ਸ਼ਾਇਰੀ ਦੀ ਇਸਨਾਫ ਨੇ, ਫਿਰ ਨਸਰ ਦੀ ਇਸਨਾਫ ਨੇ, ਅਤੇ ਫਿਰ ਲੋਕ ਅਦਬ ਦੀ ਇਸਨਾਫ ਨੇ। ਸ਼ਾਇਰੀ ਦੀ ਇਸਨਾਫ ਦੇ ਵਿੱਚ ਸਾਡੇ ਕੋਲ ਜਿਵੇਂ ਤੁਸੀਂ ਪਿੱਛੇ ਵੇਖਿਆ ਸ਼ਲੋਕ ਨੇ, ਸ਼ਲੋਕ ਬਾਬਾ ਫਰੀਦ ਗੰਜ ਸ਼ੱਕਰ ਨੇ ਲਿਖੇ ਨੇ, ਕਾਫੀਆਂ ਬੁੱਲੇ ਸ਼ਾਹ ਦੀਆਂ ਨੇ, ਸ਼ਾਹ ਹੁਸੈਨ ਦੀਆਂ ਨੇ, ਗਜ਼ਲ ਹੈ ਰਊਫ ਸ਼ੇਖ ਦੀ ਗਜ਼ਲ ਹੈ, ਡਾਕਟਰ ਪੀਰ ਫਜ਼ਲ ਗੁਜਰਾਤੀ ਦੀ ਗਜ਼ਲ ਹੈ। ਨਜ਼ਮ ਦੇ ਸ਼ਾਇਰ ਨੇ ਸਾਡੇ ਜਦੀਦ ਸ਼ਾਇਰ ਮੁਨੀਰ ਨਿਆਜ਼ੀ ਹੋਰੀ ਨੇ, ਉਸ ਤੋਂ ਇਲਾਵਾ ਡਾਕਟਰ ਫਕੀਰ ਮੁਹੰਮਦ ਫਕੀਰ ਨੇ, ਅਬਿਆਤ ਨੇ ਅਤੇ ਜੰਗਨਾਮਾ। ਸਾਡੇ ਕੋਲ 5 ਸ਼ੇਰੀ ਇਸਨਾਫ ਨੇ, ਸ਼ਲੋਕ, ਕਾਫੀ, ਗਜ਼ਲ, ਨਜ਼ਮ, ਅਬਿਆਤ ਅਤੇ ਜੰਗਨਾਮਾ। 6 ਉਸ ਤੋਂ ਇਲਾਵਾ ਦੂਸਰਾ ਹਿੱਸਾ ਸਾਡੇ ਕੋਲ ਇਸਨਾਫ ਦਾ ਜਿਹੜਾ ਹੈ ਉਹ ਨਸਰ ਦਾ ਹੈ। ਉਹਦੇ 'ਚ ਸਾਡੇ ਕੋਲ 5 ਨਸਰੀ ਇਸਨਾਫ ਨੇ, ਜਿਹਦੇ 'ਚੋਂ ਪਹਿਲਾ ਹੈਗਾ ਡਰਾਮਾ, ਇੰਸ਼ਾਈਆ, ਨਾਵਲ, ਜੰਗਨਾਮਾ ਅਤੇ ਸਫ਼ਰਨਾਮਾ। 5 ਟੋਟਲ ਸਾਡੇ ਕੋਲ ਹੈ ਨੇ, ਅਤੇ ਇਹਨਾਂ 'ਚੋਂ ਸਵਾਲ ਲਾਜ਼ਮੀ ਆਉਂਦਾ ਹੈ, ਕੋਈ ਨਾ ਕੋਈ ਇੱਕ ਸ਼ੇਰੀ ਸਿਨਫ 'ਚੋਂ ਆ ਜਾਂਦਾ ਹੈ ਅਤੇ ਇੱਕ ਨਸਰ ਸਿਨਫ 'ਚੋਂ ਆ ਜਾਂਦਾ ਹੈ, ਲੇਕਿਨ ਜ਼ਿਆਦਾਤਰ ਆਉਂਦੇ ਨੇ ਲੋਕ ਇਸਨਾਫ ਤੋਂ, ਜਿਹਦੇ 'ਚ ਲੋਕ ਇਸਨਾਫ ਦੇ ਵਿੱਚ ਸਾਡੇ ਕੋਲ ਮੌਜੂਦ ਹੈ ਢੋਲਾ, ਮਾਈਆ, ਬੋਲੀ ਹੈ, ਟੱਪੇ ਨੇ, ਅਤੇ ਲੋਰੀ ਵੀ ਹੈ ਅਤੇ ਦੋੜੇ ਵੀ ਨੇ। 6 ਸਾਡੇ ਕੋਲ ਉਹਦੇ 'ਚ ਲੋਕ ਅਦਬ ਦੀ ਇਸਨਾਫ ਨੇ, ਅਤੇ ਉਹਦੇ 'ਚੋਂ ਸਵਾਲ ਹੈ ਬਹੁਤ ਆਸਾਨ ਨੇ, ਤੁਸੀਂ ਆਮ ਜ਼ਿੰਦਗੀ ਦੇ ਵਿੱਚ ਘਰ ਵੀ ਸੁਣਦੇ ਹੁੰਦੇ ਹੋ। ਲੋਰੀ ਮਾਵਾਂ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਮਾਵਾਂ ਬੱਚਿਆਂ ਨੂੰ ਲੋਰੀ ਸੁਣਾਉਂਦੀਆਂ ਨੇ, ਵਿਆਹਾਂ ਸ਼ਾਦੀਆਂ 'ਤੇ ਟੱਪੇ ਮਾਈਆਂ ਆਉਂਦੇ ਨੇ। ਢੋਲੇ ਪੜ੍ਹੇ ਨੇ ਅਸੀਂ, ਜਿਵੇਂ ਬੜਾ ਮਸ਼ਹੂਰ ਢੋਲਾ ਹੈ ਕਿ ਵਗਦੀ ਹੈ ਰਾਵੀ ਵਿੱਚ ਬੂਟਾ ਫਲਾਈ ਦਾ ਢੋਲਾ ਵੇ, ਮੈਂ ਨਾ ਜੰਮਦੀ ਤੂੰ ਕਿੱਥੋਂ ਵਿਆਹੀ ਦਾ ਢੋਲਾ। ਉਸ ਤੋਂ ਇਲਾਵਾ ਬਹੁਤ ਸੇ ਟੱਪੇ ਇੰਜਦੇ ਨੇ, ਮਾਈਏ ਨੇ। ਮਾਈਆ ਹੈ ਜਿਵੇਂ ਇੱਕ ਪੰਜਾਬੀ ਜ਼ੁਬਾਨ 'ਚ ਤੁਸੀਂ ਸੁਣਿਆ ਹੋਏਗਾ, ਆਮ ਪਿੰਡਾਂ ਥਾਵਾਂ 'ਤੇ ਬੋਲਦੇ ਹੋਏ ਕਿ
ਦੋ ਤਾਰਾਂ ਪਿੱਤਲ ਦੀਆਂ, ਜਦੋਂ ਮਾਹੀ ਯਾਦ ਆਵੇ ਆਹਾਂ ਬਲਬਲ ਨਿਕਲਦੀਆਂ। ਇਸ ਤਰੀਕੇ ਦੇ ਬਹੁਤ ਆਸਾਨ ਮਾਹੀਏ ਦੋੜੇ ਲੋਰੀਆਂ ਨੇ ਜਿਹੜੀ ਮਾਵਾਂ ਘਰਾਂ 'ਚ ਬੱਚਿਆਂ ਨੂੰ ਸੁਣਾਉਂਦੀਆਂ ਨੇ। ਅਤੇ ਇਹਦੇ 'ਤੇ ਜਦੋਂ ਸਵਾਲ ਆਉਂਦਾ ਹੈ ਉਹ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ, ਕਿਉਂਕਿ ਜਦੋਂ ਤੁਸੀਂ ਕਲਾਸਿਕੀ ਸ਼ਾਇਰੀ ਦੀ ਤਿਆਰੀ ਕਰਦੇ ਹੋ, ਜਦੀਦ ਸ਼ਾਇਰੀ ਦੀ ਤਿਆਰੀ ਕਰਦੇ ਹੋ, ਤੁਹਾਨੂੰ ਇਹ ਸ਼ਲੋਕ, ਅਬਿਆਤ, ਨਜ਼ਮ, ਗਜ਼ਲ ਅਤੇ ਇਹਨਾਂ ਦੀ ਸਾਰੀ ਡੈਫੀਨੇਸ਼ਨਸ ਵੀ ਤਰੀਕੇ ਨਾਲ ਆ ਜਾਂਦੀਆਂ ਅਤੇ ਇਹਨਾਂ ਦੀ ਮਿਸਾਲਾਂ ਵੀ ਤੁਹਾਨੂੰ ਯਾਦ ਹੁੰਦੀਆਂ ਨੇ। ਅਤੇ ਉਹ ਨੰਬਰ ਸਿਕਿਉਰ ਕਰਨ ਲਈ ਸਭ ਤੋਂ ਬੈਸਟ ਤਰੀਕਾ ਹੈ। ਉਸ ਤੋਂ ਇਲਾਵਾ ਜਦੋਂ ਐਗਜ਼ਾਮੀਨਰ ਸਵਾਲ ਦਿੰਦਾ ਹੈ ਤਾਂ ਇਹ ਦੋੜੇ ਢੋਲੇ ਟੱਪੇ 'ਤੇ ਜ਼ਰੂਰ ਦਿੰਦਾ ਹੈ। ਤੁਸੀਂ 3-3, 4-4 ਟੱਪੇ ਮੈਂ ਤੁਹਾਨੂੰ ਇਹਨਾਂ ਦੇ ਜਦੋਂ ਲੈਕਚਰ ਡਿਟੇਲ ਹੋਏਗਾ ਉਹ 'ਚ ਦੱਸਾਂਗਾ। ਬਹੁਤ ਹੀ ਆਸਾਨ ਜ਼ੁਬਾਨ 'ਚ ਹੋਣਗੇ, ਕੋਈ ਔਖਾ ਲਹਿਜਾ ਨਹੀਂ ਹੋਏਗਾ, ਉਹ ਤੁਸੀਂ ਯਾਦ ਕਰੋਗੇ। ਉਸ ਤੋਂ ਇਲਾਵਾ ਐਡੀਸ਼ਨਲ ਵੀ ਤੁਸੀਂ ਯਾਦ ਕਰ ਲਓਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੈ। ਇਸ ਤਰੀਕੇ ਨਾਲ ਸਾਡੇ ਲੋਕ ਅਦਬ ਦੀ ਇਸਨਾਫ ਵੀ ਤਿਆਰ ਹੋ ਜਾਣਗੀਆਂ। ਟੋਟਲ ਸਾਡੇ ਸਿਲੇਬਸ ਦੇ 7 ਹਿੱਸੇ ਸਨ, ਜਿਹਦੇ 'ਚੋਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਪਹਿਲੇ ਨੰਬਰ 'ਤੇ ਕਲਾਸਿਕੀ ਸ਼ਾਇਰੀ, ਫਿਰ ਜਦੀਦ ਸ਼ਾਇਰੀ, ਅਤੇ ਤੀਸਰੇ 'ਤੇ ਤਖਲੀਕੀ ਨਸਰ, ਅਤੇ ਚੌਥੇ 'ਤੇ ਇਸਨਾਫ ਅਦਬ ਅਤੇ ਲੋਕ ਅਦਬ। ਇਹ ਸਭ ਤੋਂ ਇੰਪੋਰਟੈਂਟ ਨੇ। ਜੇ ਸਿਰਫ ਅਸੀਂ ਇਹੀ ਤਿਆਰ ਕਰ ਲਈਏ ਅਤੇ ਸਾਡੇ ਬਹੁਤ ਅੱਛੇ ਪੰਜਾਬੀ 'ਚ ਨੰਬਰ ਆ ਸਕਦੇ ਨੇ, ਲੇਕਿਨ ਅਸੀਂ ਸਾਰੇ ਤਿਆਰ ਕਰਾਂਗੇ। ਮੈਂ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਰਿਲੇਟਿਡ ਮਟੀਰੀਅਲ ਵੀ ਪ੍ਰੋਵਾਈਡ ਕਰਾਂਗਾ ਅਤੇ ਪ੍ਰੋਪਰ ਅਸਿਸਟੈਂਸ ਵੀ ਦੇਵਾਂਗਾ। ਕਿਸੇ ਤਰੀਕੇ ਦੀ ਤੁਹਾਨੂੰ ਮਦਦ ਦੀ ਜ਼ਰੂਰਤ ਹੋਈ ਤਾਂ ਮੈਂ ਅਵੇਲੇਬਲ ਰਹਾਂਗਾ। ਇਨਸ਼ਾ ਅੱਲਾ ਅਗਲੇ ਲੈਕਚਰ 'ਚ ਮਿਲਨੇ ਹਾਂ। ਉਦੋਂ ਤੱਕ ਲਈ ਖੁਦਾ ਹਾਫਿਜ਼।